ਹੈਲੋ ਗੁੱਡ ਮਾਰਨਿੰਗ ਸਟੂਡੈਂਟਸ, ਕਿਵੇਂ ਹੋ ਸਾਰੇ। ਤਾਂ ਰਾਜੇ ਅੱਜ ਆਪਾਂ 9th ਕਲਾਸ ਦਾ ਸੈਸ਼ਨ ਸਟਾਰਟ ਕਰਨ ਲੱਗੇ ਹਾਂ। ਤਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਤੁਹਾਡਾ ਜੋ ਸਿਲੇਬਸ ਹੈ ਉਹ ਚੇਂਜ ਹੋ ਚੁੱਕਿਆ ਹੈ। ਤਾਂ ਫਿਲਹਾਲ ਸਾਡੇ ਕੋਲ ਜੋ ਬੁੱਕਸ ਆਈਆਂ ਨੇ 9th ਕਲਾਸ ਦੀਆਂ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਨੇ, ਬਟ ਥੋੜ੍ਹੇ ਟਾਈਮ ਤੱਕ ਆਪਾਂ ਨੂੰ ਪੰਜਾਬੀ ਮੀਡੀਅਮ ਦੇ ਵਿੱਚ ਵੀ ਰਿਸੀਵ ਹੋ ਜਾਣਗੀਆਂ। ਸੋ ਫਸਟਲੀ ਆਪਾਂ ਇਸ ਸੈਸ਼ਨ ਦੇ ਵਿੱਚ ਤੁਹਾਡੀ ਬੁੱਕ ਦੀ ਇੰਟਰੋਡਕਸ਼ਨ ਕਰਾਂਗੇ, ਕਿਉਂਕਿ ਸਿਲੇਬਸ ਬਹੁਤ ਜ਼ਿਆਦਾ ਰਿਡਿਊਸ ਹੋ ਗਿਆ ਹੈ ਅਤੇ ਇਹ ਹੁਣ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਈਜ਼ੀ ਹੋ ਗਿਆ ਹੈ ਲੈਵਲ 1 ਅਕੋਰਡਿੰਗ ਟੂ ਪ੍ਰੀਵੀਅਸ। ਅਗਰ ਆਪਾਂ ਦੇਖੀਏ ਤਾਂ ਜੋ ਤੁਹਾਡਾ ਟਾਈਟਲ ਹੈ ਬੁੱਕ ਦਾ ਉਹ ਹੈ ਡੋਮੈਸਟਿਕ ਡਾਟਾ ਐਂਟਰੀ ਆਪਰੇਟਰ। ਤਾਂ ਫਸਟਲੀ ਜੋ ਲੈਵਲ 1 ਦੇ ਸਟੂਡੈਂਟਸ ਨੇ ਉਹਨਾਂ ਦਾ ਜੋ ਜੋਬ ਰੋਲ ਹੈ ਲੈਵਲ 1 ਦੇ ਅਕੋਰਡਿੰਗ ਉਹ ਹੈ ਡੋਮੈਸਟਿਕ ਡਾਟਾ ਐਂਟਰੀ ਆਪਰੇਟਰ। ਤਾਂ ਮੀਨਸ ਇਸ ਦਾ ਮਤਲਬ ਕੀ ਹੈ ਕਿ ਇਸ ਜੋ ਲੈਵਲ 1 ਦੇ ਵਿੱਚ ਅਸੀਂ ਜੋ ਸਿੱਖਾਂਗੇ ਉਹ ਸਾਰਾ ਡਾਟਾ ਐਂਟਰੀ ਆਪਰੇਟਰ ਦੇ ਰਿਗਾਰਡਿੰਗ ਹੋਏਗਾ। ਲਾਈਕ ਤੁਸੀਂ ਕਿਵੇਂ ਟਾਈਪਿੰਗ ਕਰਨੀ ਹੈ, ਕਿਵੇਂ ਪ੍ਰਿੰਟ ਆਊਟ ਨਿਕਾਲਣੇ ਨੇ, ਠੀਕ ਹੈ, ਅਤੇ ਕਿਵੇਂ ਤੁਸੀਂ ਆਪਣੇ ਜੋ ਡਾਕੂਮੈਂਟ ਹੈ ਉਸਦੀ ਫੋਰਮੈਟਿੰਗ ਕਰਨੀ ਹੈ। ਤਾਂ ਇਹ ਸਾਰੀ ਚੀਜ਼ਾਂ ਆਪਣੀਆਂ ਡੋਮੈਸਟਿਕ ਡਾਟਾ ਐਂਟਰੀ ਆਪਰੇਟਰ ਦੇ ਵਿੱਚ ਹੋਵੇਗੀ। ਤਾਂ ਜਿਵੇਂ ਆਪਾਂ ਅਗਲੇ ਪੇਜ 'ਤੇ ਮੂਵ ਕਰਦੇ ਹਾਂ ਤੁਸੀਂ ਦੇਖਦੇ ਹੋ ਕਿ ਸਾਡਾ ਜੋ ਜੋਬ ਰੋਲ ਲਿਖਿਆ ਆ ਰਿਹਾ ਹੈ ਡੋਮੈਸਟਿਕ ਡਾਟਾ ਐਂਟਰੀ ਆਪਰੇਟਰ। ਜੋ ਪਹਿਲਾਂ ਵਾਲੀਆਂ ਬੁੱਕਸ ਸੀ ਉਹਨਾਂ ਦੇ ਵਿੱਚ ਜੋਬ ਰੋਲ ਨਹੀਂ ਲਿਖਿਆ ਹੁੰਦਾ ਸੀ, ਜਸਟ ਬੁੱਕ ਦਾ ਨਾਮ ਲਿਖਿਆ ਹੁੰਦਾ ਸੀ, ਜਿਵੇਂ ਕਿ ਸੈਕਟਰ ਲਿਖਿਆ ਹੋਇਆ ਉਰੇ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਇਨੇਬਲਡ ਸਰਵਿਸ, ਜਿਹਨੂੰ ਅਸੀਂ ITs ਕਹਿੰਦੇ ਹਾਂ। ਸੋ ਨੈਕਸਟ ਆਪਾਂ ਦੇਖਦੇ ਹਾਂ ਕਰੀਕੁਲਮ, ਕੀ ਸਾਡਾ ਕਰੀਕੁਲਮ ਹੈ ਇਸ ਬੁੱਕ ਦੇ ਵਿੱਚ, ਕਿਉਂਕਿ ਇਸ ਦੇ ਵਿੱਚ ਫਸਟ 5 ਯੂਨਿਟਸ ਨੇ ਤੁਹਾਡੀਆਂ ਕਰੀਕੁਲਮ ਦੇ ਵਿੱਚ, ਅਤੇ ਅਲੱਗ ਤੋਂ ਇੱਕ ਯੂਨਿਟ ਹੈ ਕਾਮਨਲੀ ਸਭ ਦੇ ਲਈ। ਇਟ ਇਜ਼ ਰਿਲੇਟਡ ਟੂ ਕਮਿਊਨੀਕੇਸ਼ਨ ਸਕਿੱਲਸ, ਜਿਵੇਂ ਤੁਹਾਡੀ ਇੰਗਲਿਸ਼ ਦੀ ਹੁੰਦੀ ਸੀ ਉਸ ਤਰ੍ਹਾਂ ਹੀ ਕੁਛ ਤੁਹਾਡੀ ਉਹ ਵਾਲੀ ਬੁੱਕ ਹੈ, ਬਟ ਉਹ ਵਾਲੀ ਬੁੱਕ ਦੀ ਇੰਟਰੋਡਕਸ਼ਨ ਆਪਾਂ ਬਾਅਦ ਦੇ ਵਿੱਚ ਕਰਾਂਗੇ। ਫਸਟਲੀ ਆਪਾਂ ਇਸ ਵਾਲੀ ਬੁੱਕ ਦੇ ਉੱਤੇ ਮੂਵ ਕਰਾਂਗੇ ਜੋ ਵੀ ਤੁਹਾਡੇ ਪ੍ਰੈਕਟੀਕਲ ਵਗੈਰਾ ਨੇ। ਤਾਂ ਇਸ ਦੇ ਵਿੱਚ ਦੇਖੋ ਜੋ ਅਬਾਊਟ ਦਾ ਟੈਕਸਟ ਬੁੱਕ ਆ, ਇਸ ਦੇ ਵਿੱਚ ਤੁਹਾਡਾ ਜੋ ਹੈ IT ਬਾਰੇ ਦੱਸਿਆ ਗਿਆ ਹੈ ਕਿ ਅਸੀਂ IT ਕਿਉਂ ਚੂਜ਼ ਕਰ ਰਹੇ ਹਾਂ, ਕਿਉਂਕਿ ਇਹ ਇੱਕ ਗਰੋਇੰਗ ਫਾਸਟ ਪੇਸ ਅਤੇ ਵੈਰੀ ਇੰਪੋਰਟੈਂਟ ਇੰਡਸਟਰੀ ਹੈ ਇੰਡੀਆ ਦੇ ਵਿੱਚ ਅਤੇ ਐਬਰੋਡ। ਤਾਂ ਇਟ ਮੀਨਸ ਕੀ ਹੈ ਜੋ IT ਦਾ ਕੋਰਸ ਹੈ ਇਹ ਸਾਰਿਆਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਇਹ ਡਿਮਾਂਡ ਹੈ। ਤਾਂ ਸਾਰੇ ਸਟੂਡੈਂਟਸ ਜੋ ਨਿਊ ਨੇ 9th ਦੇ ਵਿੱਚ ਉਹਨਾਂ ਦੇ ਲਈ ਸਪੈਸ਼ਲੀ ਇੰਟਰੋਡਕਸ਼ਨ ਹੈ ਕਿ ਉਹ IT ਦਾ ਕੋਰਸ ਲੈਣ, ਕਿਉਂਕਿ ਇਸ ਦੇ ਵਿੱਚ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਜੋ ਕਿ ਸਾਨੂੰ ਹਰ ਟਾਈਮ ਕੰਮ ਆਉਂਦੇ ਨੇ। ਲਾਈਕ ਇੱਥੇ ਹੋਰ ਦੇਖੋ, ਇੱਥੇ ਇਹਨਾਂ ਨੇ IT ਬਾਰੇ ਦੱਸਿਆ ਹੋਇਆ ਹੈ ਕਿ ਜੋ ਹਿਊਜ ਡਾਟਾ ਹੁੰਦਾ ਹੈ ਉਹ ਕਿਵੇਂ ਅਸੀਂ ਟਰਾਂਸਫਰ ਕਰਦੇ ਹਾਂ, ਕਿਸੇ ਇਨਫੋਰਮੇਸ਼ਨ ਨੂੰ ਅਸੀਂ ਕਿਵੇਂ ਟਰਾਂਸਫਰ ਕਰਦੇ ਹਾਂ ਇੱਕ ਪਲੇਸ ਤੋਂ ਦੂਜੇ ਪਲੇਸ ਵਿਦ ਦਾ ਹੈਲਪ ਆਫ IT। ਉਸ ਤੋਂ ਬਾਅਦ ਕੁਛ ਇਹਨਾਂ ਨੇ ਐਂਟਰੀ ਪ੍ਰੋਸੈਸ ਦੱਸੇ ਹੋਏ ਨੇ, ਡਾਟਾ ਐਂਟਰੀ ਬਾਰੇ ਦੱਸਿਆ ਹੈ ਕਿ ਇਹ ਇੱਕ ਰੈਪਿਡ ਗਰੋਥ ਆ IT ਇੰਡਸਟਰੀ ਦੇ ਵਿੱਚ, ਅਤੇ ਜੋ ਵੀ ਇਹ ਹੁੰਦੀਆਂ ਨੇ ਇਹ ਚਾਹੇ ਸਮਾਲ ਹੋਵੇ ਜਾਂ ਲਾਰਜ ਕੰਪਨੀਆਂ ਹੋਣ, ਸਭ ਦੇ ਵਿੱਚ IT ਦਾ ਕੰਮ ਹੁੰਦਾ ਹੈ। ਜਿਵੇਂ ਕਿ ਇੱਥੇ ਡਾਟਾ ਐਂਟਰੀ ਆਪਰੇਟਰ ਦੀ ਉਦਾਹਰਨ ਦਿੱਤੀ ਗਈ ਹੈ ਕਿ ਜੋ ਡਾਟਾ ਐਂਟਰੀ ਆਪਰੇਟਰ ਹੁੰਦਾ ਹੈ, ਚਾਹੇ ਕੋਈ ਸਮਾਲ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਹੈ ਚਾਹੇ ਕੋਈ ਲਾਰਜ ਦੇ ਵਿੱਚ ਹੈ, ਉਹਦੀ ਜ਼ਰੂਰਤ ਹਰ ਕਿਤੇ ਹੁੰਦੀ ਹੈ। ਇਟ ਮੀਨਸ ਅਗਰ ਤੁਸੀਂ L1 ਦਾ ਕੋਰਸ ਕੰਪਲੀਟ ਕਰਦੇ ਹੋ ਤਾਂ ਤੁਸੀਂ ਇੱਕ ਡੋਮੈਸਟਿਕ ਡਾਟਾ ਐਂਟਰੀ ਆਪਰੇਟਰ ਬਣ ਸਕਦੇ ਹੋ। ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਸੀਂ ਕਿਵੇਂ ਡਾਟਾ ਐਂਟਰ ਕਰਨਾ ਹੈ, ਕਿਵੇਂ ਤੁਸੀਂ ਉਸਦੇ ਡਾਕੂਮੈਂਟ ਤਿਆਰ ਕਰਨੇ ਨੇ, ਜਾਂ ਕੋਈ ਸਪਰੈਡਸ਼ੀਟ ਕਿਵੇਂ ਤਿਆਰ ਕਰਨੀ ਹੈ, ਜਾਂ ਉਸਦੇ ਪ੍ਰਿੰਟ ਆਊਟ ਵਗੈਰਾ ਕਿਵੇਂ ਤੁਸੀਂ ਕਰਨੇ ਆ, ਅਤੇ ਇਹ ਸਾਰਾ ਤੁਸੀਂ ਡਾਟਾ ਐਂਟਰੀ ਆਪਰੇਟਰ ਦੇ ਵਿੱਚ ਸਿੱਖ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਲਾਈਕ ਇੱਥੇ ਸਾਰਾ ਤੁਹਾਡਾ ਕੋਰਸ ਦੇ ਬਾਰੇ ਦੱਸਿਆ ਗਿਆ ਹੈ। ਉਸ ਤੋਂ ਬਾਅਦ ਅਸੀਂ ਨੈਕਸਟ ਮੂਵ ਕਰਦੇ ਹਾਂ ਸਾਡੀ ਜੋ ਨੇ ਕੰਟੈਂਟ। ਕੰਟੈਂਟ ਮਤਲਬ ਸਾਡੇ ਇਸ ਬੁੱਕ ਦੇ ਵਿੱਚ ਕੀ ਕੀ ਚੀਜ਼ਾਂ ਨੇ ਜੋ ਅਸੀਂ ਕਰਾਂਗੇ। ਜਿਵੇਂ ਤੁਸੀਂ ਜਾਣਦੇ ਹੋ ਕਿ ਜੋ ਤੁਹਾਡਾ ਪ੍ਰੀਵੀਅਸ ਸਿਲੇਬਸ ਸੀ ਉਸ ਦੇ ਵਿੱਚ ਸਿਰਫ 7 ਯੂਨਿਟਸ ਸੀ, ਬਟ ਹੁਣ ਸਾਡੇ ਕੋਲ ਕਿੰਨੀਆਂ ਨੇ 5 ਯੂਨਿਟਸ ਨੇ।
ਤਾਂ ਸਿਲੇਬਸ ਬਹੁਤ ਜ਼ਿਆਦਾ ਰਿਡਿਊਸ ਹੋ ਗਿਆ ਹੈ ਤੇ ਈਜ਼ੀ ਵੀ ਹੈ ਤੇ ਇਸ ਦੇ ਵਿੱਚੋਂ ਅਸੀਂ ਬਹੁਤ ਸਾਰਾ ਕਵਰ ਵੀ ਕੀਤਾ ਹੋਇਆ ਹੈ। ਕਵਰ ਕਿਵੇਂ ਕੀਤਾ ਹੋਇਆ ਹੈ ਕਿਉਂਕਿ ਜੋ ਫਸਟ ਹੈ ਇੰਟਰੋਡਕਸ਼ਨ ਟੂ ਆਈਟੀਜ਼ ਇੰਡਸਟਰੀ, ਤਾਂ ਇਸ ਦੇ ਵਿੱਚ ਅਸੀਂ ਦੱਸਣਾ ਹੈ ਕਿ ਆਈਟੀ ਹੈ ਜੋ ਉਹ ਕਿੱਥੇ ਕਿੱਥੇ ਯੂਜ਼ ਹੁੰਦੀ ਹੈ, ਜਾਂ ਆਈਟੀਜ਼ ਦੀ ਇੰਡਸਟਰੀ ਦੀ ਇੰਟਰੋਡਕਸ਼ਨ ਦੱਸਣੀ ਆ। ਲਾਈਕ ਆਪਾਂ ਪ੍ਰੀਵੀਅਸ ਦੇ ਵਿੱਚ ਕੀਤਾ ਸੀ ਕਿ ਕਿਹੜੇ ਕਿਹੜੇ ਫੀਲਡ ਨੇ ਜਿੱਥੇ ਅਸੀਂ ਆਈਟੀ ਨੂੰ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਡਾਟਾ ਐਂਟਰੀ। ਲਾਈਕ ਤੁਸੀਂ ਕੀਬੋਰਡ ਸਿੱਖਿਆ ਸੀ, ਟਾਈਪ ਕਰਨਾ ਸਿੱਖਿਆ ਸੀ, ਸਕਿੱਲ ਸਿੱਖੇ ਸੀ ਕੀਬੋਰਡ ਦੀ, ਤਾਂ ਉਸੇ ਤਰ੍ਹਾਂ ਅਸੀਂ ਸੇਮ ਉਹੀ ਚੈਪਟਰ ਹੈ ਕਿ ਅਸੀਂ ਕੀਬੋਰਡ ਦੇ ਉੱਤੇ ਟਾਈਪਿੰਗ ਕਰਨ ਬਾਰੇ ਕਿਵੇਂ ਸਿੱਖਾਂਗੇ। ਜੋ ਸਾਡੀ ਥਰਡ ਯੂਨਿਟ ਹੈ ਉਹ ਹੈ ਡਿਜੀਟਲ ਡਾਕੂਮੈਂਟੇਸ਼ਨ। ਤਾਂ ਡਿਜੀਟਲ ਡਾਕੂਮੈਂਟੇਸ਼ਨ ਦਾ ਮਤਲਬ ਹੈ ਵਰਡ ਪ੍ਰੋਸੈਸਰ। ਲਾਈਕ ਜਿਵੇਂ ਅਸੀਂ MS ਵਰਡ ਦੇ ਵਿੱਚ ਕੰਮ ਕਰ ਰਹੇ ਸੀ, ਉਸੇ ਤਰ੍ਹਾਂ ਹੀ ਸਾਡੀ ਡਿਜੀਟਲ ਡਾਕੂਮੈਂਟੇਸ਼ਨ ਹੈ। ਅਦਰ ਯੂਨਿਟ ਹੈਗੀ ਹੈ ਇਲੈਕਟ੍ਰੋਨਿਕ ਸਪਰੈਡਸ਼ੀਟ, ਦੈਟ ਮੀਨਸ ਐਕਸਲ। ਐਂਡ ਉਸ ਤੋਂ ਬਾਅਦ ਹੈ ਯੂਨਿਟ 5 ਡਿਜੀਟਲ ਪ੍ਰੈਜੈਂਟੇਸ਼ਨ, ਇਟ ਇਜ਼ ਰਿਲੇਟਡ ਟੂ ਸਲਾਈਡਸ ਔਰ PPT। ਤਾਂ ਤੁਸੀਂ ਇੱਦਾਂ ਨਹੀਂ ਸੋਚਣਾ ਕਿ ਇਹ ਇੰਗਲਿਸ਼ ਮੀਡੀਅਮ ਦੀ ਬੁੱਕ ਹੈ, ਸਾਨੂੰ ਕੁਝ ਸਮਝ ਨਹੀਂ ਆ ਰਿਹਾ, ਤਾਂ ਅਸੀਂ ਤੁਹਾਨੂੰ ਸਾਰਾ ਇਹ ਕਨਵਰਟ ਕਰਕੇ ਮੀਨਸ ਪੰਜਾਬੀ ਦੇ ਵਿੱਚ ਦੱਸਾਂਗੇ। ਤਾਂ ਇੱਕ ਹੋਰ ਚੀਜ਼ ਇਸ ਦੇ ਵਿੱਚ ਬਹੁਤ ਵਧੀਆ ਹੈ ਆਨਸਰ ਕੀਜ਼। ਲਾਈਕ ਤੁਹਾਨੂੰ ਜੋ ਵੀ ਤੁਹਾਡੀਆਂ ਐਕਟੀਵਿਟੀਜ਼ ਨੇ ਜਾਂ ਤੁਹਾਡੇ ਕੋਈ ਕੁਐਸਚਨਸ ਵਗੈਰਾ ਨੇ, ਉਹਨਾਂ ਦੇ ਐਂਡ ਦੇ ਵਿੱਚ ਕੀ ਹੈ, ਸਾਡੇ ਕੋਲ ਆਨਸਰ ਕੀ ਵੀ ਹੈਗੀ ਹੈ। ਹਾਲਾਂਕਿ ਜੋ ਤੁਹਾਡਾ ਪ੍ਰੀਵੀਅਸ ਸਿਲੇਬਸ ਸੀ ਉਸ ਦੇ ਵਿੱਚ ਆਨਸਰ ਕੀਜ਼ ਨਹੀਂ ਹੁੰਦੀਆਂ ਸੀ ਅਤੇ ਨਾ ਹੀ ਕੋਈ ਕੁਐਸਚਨ ਹੁੰਦੇ ਸੀ, ਉਹ ਸਾਨੂੰ ਖੁਦ ਹੀ ਤਿਆਰ ਕਰਨੇ ਪੈਂਦੇ ਸੀ। ਬਟ ਇਹ ਵਾਲੀ ਬੁੱਕਸ ਦਾ ਇਹ ਫਾਇਦਾ ਹੈ ਕਿ ਇਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਕੁਐਸਚਨ ਬਣੇ ਹੋਏ ਨੇ ਅਤੇ ਤੁਹਾਨੂੰ ਨੋਟਸ ਬਣਾਉਣੇ ਬਹੁਤ ਹੀ ਜ਼ਿਆਦਾ ਆਸਾਨ ਹੋਣਗੇ। ਅੱਜ ਦੇ ਸੈਸ਼ਨ ਦੇ ਵਿੱਚ ਮੈਂ ਤੁਹਾਨੂੰ ਸਿਰਫ ਓਵਰਵਿਊ ਦੱਸੂੰਗੀ ਬੁੱਕ ਦਾ, ਅਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਪ੍ਰੈਕਟੀਕਲਸ ਕਰਾਂਗੇ ਅੱਗੇ। ਤਾਂ ਫਸਟ ਜੋ ਤੁਹਾਡੀ ਚੈਪਟਰ ਹੈ ਜਾਂ ਯੂਨਿਟ ਹੈ, ਇਸ ਦੇ ਵਿੱਚ ਸਿਰਫ ਯੂਨਿਟ 1 ਦੇ ਵਿੱਚ ਹੀ ਤੁਹਾਡਾ ਸਾਰਾ ਡਾਟਾ ਦਿੱਤਾ ਹੋਇਆ ਹੈ, ਕੋਈ ਸੈਸ਼ਨ ਨਹੀਂ ਦਿੱਤੇ ਹੋਏ। ਤਾਂ ਤਰ੍ਹਾਂ ਜੀ ਜੋ ਤੁਹਾਡੀ ਫਸਟ ਯੂਨਿਟ ਹੈ ਇਟ ਇਜ਼ ਰਿਲੇਟਡ ਟੂ ਆਈਟੀਜ਼ ਇੰਡਸਟਰੀ। ਤਾਂ ਇਸ ਦੇ ਵਿੱਚ ਕੀ ਹੈ ਕਿ ਸਾਡੇ ਕੋਲ ਕੋਈ ਸੈਸ਼ਨ ਨਹੀਂ ਹੈ, ਤੁਹਾਡਾ ਜਿੰਨਾ ਵੀ ਡਾਟਾ ਹੈ ਯੂਨਿਟ 1 ਦੇ ਵਿੱਚ ਹੀ ਹੈ। ਤਾਂ ਮੀਨਸ ਇਸ ਦੇ ਵਿੱਚ ਫਸਟ ਸਾਡੇ ਕੋਲ ਇਨਫੋਰਮੇਸ਼ਨ ਟੈਕਨੋਲੋਜੀ ਆ ਗਈ, ਉਸਦੀ ਇੰਟਰੋਡਕਸ਼ਨ ਦਿੱਤੀ ਹੋਈ ਹੈ, ਠੀਕ ਹੈ। ਅਤੇ ਸਾਈਟ ਦੇ ਵਿੱਚ ਨੋਟਸ ਬਣਾਉਣ ਨੂੰ ਵੀ ਸਪੇਸ ਹੈ ਤੁਹਾਡੇ ਕੋਲ। ਤੁਸੀਂ ਅਗਰ ਤੁਹਾਡੇ ਕੋਲ ਪੰਜਾਬੀ ਮੀਡੀਅਮ ਦੇ ਵਿੱਚ ਬੁੱਕ ਹੋਵੇ ਤੁਸੀਂ ਨੋਟਸ ਵੀ ਬਣਾ ਸਕਦੇ ਹੋ। ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਟੈਕਨੋਲੋਜੀ ਯਾਨੀ ਕਿ ITES ਦੀ ਵੀ ਤੁਹਾਨੂੰ ਇੰਟਰੋਡਕਸ਼ਨ ਦਿੱਤੀ ਹੋਈ ਹੈ। ਉਸ ਤੋਂ ਬਾਅਦ BPO ਸਰਵਿਸਿਜ਼ ਹੁੰਦੀਆਂ ਨੇ, ਇਹ ਬਹੁਤ ਹੀ ਆਸਾਨ ਨੇ, ਠੀਕ ਹੈ, ਅਤੇ ਇਹ ਆਪਾਂ ਜ਼ਰੂਰ ਕਵਰ ਕਰਾਂਗੇ। ਤਾਂ BPO ਸਰਵਿਸ ਹੁੰਦੀਆਂ ਨੇ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ, ਠੀਕ ਹੈ। ਇਹਦੇ ਵਿੱਚ RPO KPO ਹੁੰਦੇ ਨੇ, ਤਾਂ ਇਹ ਥੋੜ੍ਹਾ ਜਿਹਾ ਨਵਾਂ ਟੌਪਿਕ ਹੈ। ਉਸ ਤੋਂ ਬਾਅਦ ਸਾਡੇ ਕੋਲ ਸਟਰਕਚਰਸ ਆ ਗਏ IT BPM ਦੇ, ਲਾਈਕ ਮਲਟੀਨੈਸ਼ਨਲ ਕੰਪਨੀਜ਼ ਹੋ ਗਈਆਂ ਜਾਂ ਇੰਡੀਅਨ ਸਰਵਿਸ ਪ੍ਰੋਵਾਈਡਰਸ ਹੋ ਗਏ, ਅਤੇ ਇਹ ਸਾਰੇ ਅਸੀਂ ਪੜ੍ਹੇ ਹੋਏ ਨੇ, ਜਸਟ ਨਾਮ ਥੋੜ੍ਹੇ ਜਿਹੇ ਨਵੇਂ ਨੇ, ਤਾਂ ਇਹਨਾਂ ਨੂੰ ਦੇਖ ਕੇ ਘਬਰਾਉਣ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਇਹ ਵਾਲਾ ਟੌਪਿਕ ਬੜਾ ਇੰਟਰਸਟਿੰਗ ਹੈ, IT ਐਪਲੀਕੇਸ਼ਨਸ, ਕਿਹੜੀਆਂ ਅਸੀਂ IT ਐਪਲੀਕੇਸ਼ਨਸ ਯੂਜ਼ ਕਰਦੇ ਨੇ। ਲਾਈਕ ਅਗਰ ਤੁਸੀਂ ਕੋਈ ਗੇਮ ਖੇਲ ਰਹੇ ਹੋ, ਠੀਕ ਹੈ, ਜਾਂ ਕੋਈ ਆਫਿਸ ਵਰਕ ਹੈ, ਜਾਂ ਕੋਈ ਬੁੱਕਸ ਰੀਡ ਕਰ ਰਹੇ ਹੋ, ਜਾਂ ਕੋਈ ਬਿਲਸ ਵਗੈਰਾ ਪੇ ਕਰਨੇ ਨੇ, ਜਾਂ ਕੋਈ ਟਿਕਟ ਬੁੱਕ ਕਰਨੀ ਹੈ, ਲਾਈਕ ਕੋਈ ਬੈਂਕ ਆਪਰੇਸ਼ਨਸ ਨੇ, ਤਾਂ ਸਾਰੀ IT ਐਪਲੀਕੇਸ਼ਨਸ ਦੇ ਅੰਦਰ ਆ ਜਾਂਦੀਆਂ ਨੇ। ਐਂਡ ਅੱਗੇ ਹੈ IT ਇਨ ਹੋਮ ਕੰਪਿਊਟਿੰਗ। ਤਾਂ ਇਸ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਟੌਪਿਕ ਨੇ, ਬਹੁਤ ਹੀ ਇੰਟਰਸਟਿੰਗ ਬੁੱਕ ਹੈ। ਮੈਂ ਰੀਡ ਕਰਕੇ ਦੇਖੀ ਤਾਂ ਮੈਨੂੰ ਬੜੀ ਅੱਛੀ ਲੱਗੀ, ਤਾਂ ਤੁਹਾਨੂੰ ਵੀ ਬਹੁਤ ਅੱਛੀ ਲੱਗੇਗੀ। ਇਹ ਸਾਰੀ ਚੀਜ਼ਾਂ ਅਸੀਂ ਕੀਤੀਆਂ ਹੋਈਆਂ ਨੇ, ਕਮਿਊਨੀਕੇਸ਼ਨਸ, IT ਬੈਂਕਿੰਗ, ਠੀਕ ਹੈ, IT ਕਿੱਥੇ ਕਿੱਥੇ ਯੂਜ਼ ਹੋ ਰਹੀ ਹੈ, ਲਾਈਕ ਬੈਂਕਿੰਗ, ਇੰਸ਼ੋਰੈਂਸ, ਮਾਰਕੀਟਿੰਗ ਐਂਡ ਹੈਲਥ ਕੇਅਰ। ਐਂਡ ਇਹ ਸਾਡਾ ਸਾਇੰਸ ਦਾ ਫੀਲਡ ਆ ਗਿਆ, ਡਾਕਟਰ ਫੀਲਡ ਆ ਗਿਆ, ਤਾਂ ਇਸ ਦੇ ਵਿੱਚ ਵੀ IT ਦਾ ਯੂਜ਼ ਹੋ ਰਿਹਾ ਹੈ। ਤਾਂ ਇਹ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਸਾਡੇ ਕੋਲ ਸ਼ੋਰਟ ਆਨਸਰ ਕੁਐਸਚਨ ਆਉਣਗੇ, ਤਾਂ ਸਾਨੂੰ ਨੋਟਸ ਬਣਾਉਣੇ ਈਜ਼ੀ ਹੋ ਜਾਣਗੇ, ਠੀਕ ਹੈ। ਤਾਂ ਅਸੀਂ ਜਿੱਦਾਂ ਹੀ ਜੋ ਹੈ ਸਾਡਾ ਲੈਸਨ ਉਸਨੂੰ ਰੀਡ ਕਰਾਂਗੇ, ਉਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਹਾਂ, ਉਸਦੇ ਨੋਟਸ ਬਣਾ ਸਕਦੇ ਹਾਂ। ਸੈਕਿੰਡ ਜੋ ਯੂਨਿਟ ਹੈ ਉਹ ਸਾਡੀ ਹੈ ਡਾਟਾ ਐਂਟਰੀ ਐਂਡ ਕੀਬੋਰਡ ਸਕਿੱਲ, ਓਕੇ। ਤਾਂ ਡਾਟਾ ਐਂਟਰ ਕਿਵੇਂ ਕਰ ਸਕਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਕੀਬੋਰਡ ਦੇ ਸਕਿੱਲਸ ਆਉਣੇ ਚਾਹੀਦੇ ਨੇ। ਕਿਵੇਂ ਅਸੀਂ ਲਾਈਕ ਆਪਣੀ ਫਿੰਗਰਸ ਪਲੇਸ ਕਰਨੀਆਂ ਨੇ ਕੀਬੋਰਡ ਦੇ ਉੱਤੇ, ਕਿੱਦਾਂ ਟਾਈਪਿੰਗ ਕਰਨੀ ਆ। ਤਾਂ ਇਹਦੇ ਵਿੱਚ ਅਸੀਂ ਲਾਸਟ ਟਾਈਮ ਅਸੀਂ ਥਰਡ ਯੂਨਿਟ ਕੀਤੀ ਸੀ ਕੀਬੋਰਡ ਦੀ, ਉਸ ਤਰ੍ਹਾਂ ਹੀ ਹੈ। ਜੋ ਇਸ ਦੇ ਵਿੱਚ ਸਾਨੂੰ ਕੀਬੋਰਡ ਬਾਰੇ ਦੱਸਿਆ ਗਿਆ ਹੈ, ਕੀਜ਼ ਕਿਹੜੀਆਂ ਹੁੰਦੀਆਂ ਨੇ, ਤੁਹਾਡੀਆਂ ਟਾਈਪਸ ਆਫ ਕੀਜ਼ ਨੇ। ਇਹ ਲਾਈਕ ਮਿਕਸਿੰਗ ਹੈ,
यूनिट 2 ਦੇ ਨਾਲ, ठीक है। ਤਾਂ ਇਹ ਸਾਰੀ ਕੀਜ਼ ਆਪਾਂ ਆਲਰੇਡੀ ਪੜ੍ਹੀਆਂ ਹੋਈਆਂ ਨੇ, ਤਾਂ ਕੋਈ ਵੀ ਇਸ ਦੇ ਵਿੱਚ ਨਵੀਂ ਚੀਜ਼ ਨਹੀਂ ਹੈ। ਇਹ ਸਾਰੀ ਚੀਜ਼ਾਂ ਅਸੀਂ ਕੀਤੀਆਂ ਹੋਈਆਂ ਨੇ। ਲਾਈਕ ਮਾਊਸ ਕੀ ਹੁੰਦਾ ਹੈ, ਰਾਈਟ ਬਟਨ ਕੀ ਹੁੰਦਾ ਹੈ, ਲੈਫਟ ਸਕਰੋਲ, ਠੀਕ ਹੈ। ਤਾਂ ਇਹ ਪੋਜੀਸ਼ਨਸ ਆ ਗਈਆਂ ਕਿ ਇੱਕ ਮਾਊਸ ਨੂੰ ਅਸੀਂ ਕਿਵੇਂ ਫੜਨਾ ਹੈ। ਲਾਈਕ ਇਹ ਗ੍ਰੀਨ ਕਲਰ ਵਾਲਾ ਕਰੈਕਟ ਹੈ ਐਂਡ ਰੈੱਡ ਵਾਲਾ ਇਨਕਰੈਕਟ ਹੈ, ਠੀਕ ਹੈ। ਉਸ ਤੋਂ ਬਾਅਦ ਮਾਊਸ ਦੇ ਆਪਰੇਸ਼ਨਸ ਆ ਗਏ, ਠੀਕ ਹੈ। ਮਾਊਸ ਦੇ ਕੀ ਕੰਮ ਨੇ, ਲਾਈਕ ਅਸੀਂ ਉਹਨੂੰ ਕਲਿੱਕ ਕਰਨਾ, ਲੈਫਟ ਕਲਿੱਕ ਹੁੰਦਾ ਹੈ, ਡਬਲ ਕਲਿੱਕ ਹੁੰਦਾ ਹੈ, ਰਾਈਟ ਕਲਿੱਕ ਹੁੰਦਾ ਹੈ, ਡਰੈਗ ਐਂਡ ਡਰੋਪ ਹੁੰਦਾ ਹੈ, ਸਕਰੋਲ ਹੁੰਦਾ ਹੈ, ਤਾਂ ਬਲੋਕਿੰਗ ਹੁੰਦਾ ਹੈ। ਤਾਂ ਅਸੀਂ ਹੁਣ ਤੱਕ ਸਿਰਫ ਲੈਫਟ ਐਂਡ ਰਾਈਟ ਕਲਿੱਕ ਹੀ ਬਾਰੇ ਪੜ੍ਹਿਆ, ਤਾਂ ਇਸ ਦੇ ਵਿੱਚ ਥੋੜ੍ਹੇ ਜਿਹੇ ਹੋਰ ਕੰਮ ਨੇ ਜੋ ਇੰਟਰਸਟਿੰਗ ਨੇ, ਠੀਕ ਹੈ। ਤਾਂ ਇਹ ਸਾਰਾ ਉਹੀ ਹੈ ਮਟੀਰੀਅਲ ਜੋ ਆਪਾਂ ਲਾਸਟ ਟਾਈਮ ਕੀਤਾ ਸੀ ਟਾਈਪਿੰਗ ਵਾਲਾ। ਇਹ ਦੇਖੋ ਉਹੀ ਆਪਣੀ ਪੋਜੀਸ਼ਨਸ ਦੱਸੀਆਂ ਹੋਈਆਂ, ਨੂਮੈਰਿਕ ਕੀਜ਼ ਦੱਸੀਆਂ ਹੋਈਆਂ ਨੇ, ਅਤੇ ਇਹ ਸੇਮ ਉਹੀ ਸੋਫਟਵੇਅਰ ਹੈ ਜੋ ਅਸੀਂ ਯੂਜ਼ ਕੀਤਾ ਸੀ ਟਾਈਪਿੰਗ ਦੇ ਲਈ, ਟੱਚ ਟਾਈਪਿੰਗ ਵਾਲਾ। ਉਸ ਤੋਂ ਬਾਅਦ ਇਹ ਸਾਰਾ ਟਾਈਪਿੰਗ ਦਾ ਹੀ ਹੈ ਰਿਲੇਟਡ, ਜੋ ਅਸੀਂ ਆਲਰੇਡੀ ਕਰ ਚੁੱਕੇ ਹਾਂ। ਇਸ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈਗੀ। ਅਤੇ ਅੱਗੇ ਤੁਹਾਡੀਆਂ ਲਾਈਕ ਇਹ ਮਲਟੀਪਲ ਚੋਇਸ ਕੁਐਸਚਨਸ ਨੇ, ਤਾਂ ਇਹ ਵੀ ਆਸਾਨ ਹੀ ਨੇ, ਕੋਈ ਜ਼ਿਆਦਾ ਟਫ ਨਹੀਂ ਹੈਗੇ। ਤਾਂ ਨੈਕਸਟ ਰਾਜੇ 3rd ਯੂਨਿਟ ਆਉਂਦੀ ਹੈ ਡਿਜੀਟਲ ਡਾਕੂਮੈਂਟੇਸ਼ਨ। ਤਾਂ ਅਸੀਂ ਨੈਕਸਟ ਜੋ ਵੀਡੀਓ ਬਣੇਗੀ ਇਸ ਦੇ ਉੱਤੇ ਬਣੇਗੀ, ਕਿਉਂਕਿ ਆਪਾਂ ਫਸਟ ਡਿਜੀਟਲ ਡਾਕੂਮੈਂਟੇਸ਼ਨ ਨੂੰ ਸਟਾਰਟ ਕਰਾਂਗੇ। ਤਾਂ ਡਿਜੀਟਲ ਜੋ ਡਾਕੂਮੈਂਟੇਸ਼ਨ ਹੈ ਉਹ ਕੀ ਹੈ, ਇੱਕ ਤਰ੍ਹਾਂ MS ਵਰਡ ਹੀ ਹੈ। ਤਾਂ ਥੋੜ੍ਹਾ ਜਿਹਾ ਨਾਮ ਚੇਂਜ ਹੋ ਗਿਆ ਹੈ, ਕੰਮ ਉਹੀ ਨੇ, ਮੀਨਸ ਥੋੜ੍ਹੀ ਅਪਡੇਟ ਹੋ ਗਈ ਹੈ। ਤੁਸੀਂ ਇੱਦਾਂ ਕਹਿ ਸਕਦੇ ਹੋ ਕਿ ਚੀਜ਼ ਨਵੀਂ ਮਿਲ ਗਈ ਹੈ ਤੁਹਾਨੂੰ। ਤਾਂ ਇਸ ਦੇ ਵਿੱਚ ਕੀ ਹੈ ਰਾਜੇ, ਫਸਟਲੀ ਸਾਡੇ ਕੋਲ ਜੋ ਡਿਜੀਟਲ ਡਾਕੂਮੈਂਟੇਸ਼ਨਸ ਹੈ ਉਹਦੇ ਬਾਰੇ ਦੱਸਿਆ ਗਿਆ ਹੈ, ਜਾਂ ਮੈਨੂਅਲ ਟਾਈਪਰਾਈਟਰ ਹੁੰਦੇ ਸੀ ਉਹਨਾਂ ਬਾਰੇ ਦੱਸਿਆ ਗਿਆ ਹੈ। ਜਦੋਂ ਕੋਈ ਅਸੀਂ ਪੁਰਾਣੀ ਚੀਜ਼ ਯੂਜ਼ ਕਰਦੇ ਹਾਂ, ਅਗਰ ਉਸ ਦੇ ਵਿੱਚ ਕੋਈ ਗਲਤੀ ਹੁੰਦੀ ਹੈ ਜਾਂ ਕੋਈ ਮਿਸਟੇਕ ਹੁੰਦੀ ਹੈ, ਤਾਂ ਉਸ ਦੀ ਜਗ੍ਹਾ 'ਤੇ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਉਸਨੂੰ ਅਸੀਂ ਅਪਡੇਸ਼ਨ ਕਹਿੰਦੇ ਹਾਂ। ਉਸੀ ਤਰ੍ਹਾਂ ਜੋ ਸਾਡੇ ਕੋਲ ਪਹਿਲਾਂ ਦੇ ਟਾਈਪਰਾਈਟਰ ਸੀ ਉਸ ਦੇ ਵਿੱਚ ਜਦੋਂ ਵੀ ਅਸੀਂ ਕੋਈ ਚੀਜ਼ ਟਾਈਪ ਕਰਦੇ ਸੀ ਤਾਂ ਮਿਸਟੇਕ ਹੁੰਦੀ ਸੀ, ਤਾਂ ਜੋ ਵੀ ਲਾਈਨ ਲਿਖਦੇ ਸੀ ਅਗਰ ਕੋਈ ਮਿਸਟੇਕ ਹੁੰਦੀ ਸੀ ਸਾਨੂੰ ਦੁਬਾਰਾ ਤੋਂ ਨਿਊ ਪੇਜ ਇਨਸਰਟ ਕਰਕੇ ਲਿਖਣਾ ਪੈਂਦਾ ਸੀ। ਤਾਂ ਇਸ ਤਰ੍ਹਾਂ ਦੀ ਪ੍ਰੋਬਲਮਸ ਤੋਂ ਬਚਣ ਲਈ ਅਸੀਂ ਕੀ ਕੀਤਾ, ਅਸੀਂ ਡਿਜੀਟਲ ਡਾਕੂਮੈਂਟੇਸ਼ਨ ਨੂੰ ਸ਼ੁਰੂ ਕੀਤਾ, ਠੀਕ ਹੈ। ਤਾਂ ਡਿਜੀਟਲ ਡਾਕੂਮੈਂਟੇਸ਼ਨ ਦੇ ਵਿੱਚ ਕੀ ਸੀ, ਅਸੀਂ ਜੋ ਸਾਡੇ ਡਾਕੂਮੈਂਟ ਹੁੰਦੇ ਸੀ ਜਿਨ੍ਹਾਂ ਨੂੰ ਅਸੀਂ ਪੇਪਰ ਕਹਿੰਦੇ ਹਾਂ, ਤਾਂ ਰਿਟਨ ਕੰਟੈਂਟ ਹੁੰਦਾ ਸੀ। ਐਂਡ ਜੋ ਇਸ ਨੂੰ ਤਿਆਰ ਕਰਨ ਦੀ ਜੋ ਇੱਕ ਲਾਈਕ ਪ੍ਰੋਸੈਸ ਹੁੰਦਾ ਸੀ ਉਸ ਨੂੰ ਅਸੀਂ ਡਾਕੂਮੈਂਟੇਸ਼ਨਸ ਕਹਿੰਦੇ ਸੀ। ਤਾਂ ਇਸ ਤਰ੍ਹਾਂ ਇਹ ਸਾਰੀ ਚੀਜ਼ਾਂ ਜਦੋਂ ਬਣੀਆਂ, ਐਂਡ ਦੇ ਵਿੱਚ ਅਸੀਂ ਇਸ ਨੂੰ ਕਿਸ ਚੀਜ਼ਾਂ ਲਈ ਯੂਜ਼ ਕਰਨ ਲੱਗੇ, ਇੱਕ ਡਾਟਾ ਐਂਟਰੀ ਆਪਰੇਟਰ ਲਈ ਯੂਜ਼ ਕਰਨ ਲੱਗੇ, ਠੀਕ ਹੈ। ਕਿਉਂਕਿ ਇਸ ਦੇ ਵਿੱਚ ਇੱਕ ਆਫਿਸ ਹੁੰਦਾ ਸੀ, ਪ੍ਰੋਡਕਟੀਵਿਟੀ ਟੂਲਸ ਹੁੰਦੀਆਂ ਸੀ ਜਿਵੇਂ ਕਿ ਐਕਸਲ ਹੋ ਗਿਆ, ਵਰਡ ਪ੍ਰੋਸੈਸਰ ਹੋ ਗਿਆ, ਉਸ ਤਰ੍ਹਾਂ ਦਾ। ਤਾਂ ਇਸ ਦੇ ਵਿੱਚ ਅਸੀਂ ਟਾਈਪਿੰਗ ਸਿੱਖਾਂਗੇ ਅਤੇ ਵਰਡ ਪ੍ਰੋਸੈਸਿੰਗ ਬਾਰੇ ਸਿੱਖਾਂਗੇ, ਕਿਵੇਂ ਡਾਟੇ ਨੂੰ ਟਾਈਪ ਕਰਨਾ ਹੈ। ਤਾਂ ਡਾਕੂਮੈਂਟ ਦੇ ਵਿੱਚ ਕੀ ਆ ਜਾਂਦਾ ਰਾਜੇ, ਜਿਵੇਂ ਲੈਟਰ ਹੋ ਗਏ, ਨੋਟਿਸ ਹੋ ਗਿਆ, ਰਿਪੋਰਟ ਹੋ ਗਿਆ, ਠੀਕ ਹੈ, ਬਿਜ਼ਨਸ ਕੋਰਸਪੋਂਡੈਂਸ ਹੋ ਗਿਆ, ਅਤੇ ਇਹ ਸਾਰੀ ਚੀਜ਼ਾਂ ਹੋ ਗਈਆਂ। ਤਾਂ ਦੇਖੋ ਇੱਥੇ ਪਹਿਲਾਂ ਇੱਕ ਟਾਈਪਰਾਈਟਰ ਦੀ ਸ਼ੇਪ ਦਿੱਤੀ ਹੋਈ ਹੈ ਤੁਹਾਡੇ ਕੋਲ, ਕਿ ਜਦੋਂ ਅਸੀਂ ਕੋਈ ਟਾਈਪਿੰਗ ਕਰਦੇ ਸੀ ਤਾਂ ਉਹਦੇ ਵਿੱਚ ਟਾਈਪਿੰਗ ਏਰਰ ਆਉਂਦੀ ਸੀ। ਇਹਦੇ ਨਾਲ ਕੀ ਹੁੰਦਾ ਸੀ, ਸਾਨੂੰ ਸਾਰੀ ਸ਼ੀਟ ਨੂੰ ਚੇਂਜ ਕਰਨਾ ਪੈਂਦਾ ਸੀ, ਜਦ ਦੁਬਾਰਾ ਤੋਂ ਟਾਈਪ ਕਰਨਾ ਪੈਂਦਾ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਲਿਖਿਆ ਹੈ ਟੂ ਸੈਂਡ ਸੇਮ ਲੈਟਰਸ ਟੂ 2 or more persons with different address required multiple typing। ਮੰਨ ਲਓ ਅਗਰ ਅਸੀਂ ਸੇਮ ਡਾਟਾ ਹੀ ਡਿਫਰੈਂਟ ਪਰਸਨਸ ਨੂੰ ਸੈਂਡ ਕਰਨਾ ਸੀ, ਸਾਨੂੰ ਤਾਂ ਅਗੇਨ ਟਾਈਪ ਕਰਨਾ ਪੈਂਦਾ ਸੀ, ਕਿਉਂਕਿ ਅਗਰ ਸਾਡੇ ਕੋਲ ਸੋਫਟ ਕਾਪੀ ਹੋਏਗੀ ਤਾਂ ਅਸੀਂ ਉਸ ਦੀਆਂ ਕਾਫੀ ਸਾਰੀ ਕਾਪੀਜ਼ ਲੈ ਸਕਦੇ ਹਾਂ, ਬਟ ਅਗਰ ਅਸੀਂ ਹਾਰਡ ਕਾਪੀ ਬਣਾ ਰਹੇ ਹਾਂ ਤਾਂ ਸਾਨੂੰ ਬਾਰ ਟਾਈਪ ਕਰਨਾ ਪਵੇਗਾ। ਤਾਂ ਇਹ ਥੋੜ੍ਹੀਆਂ ਜਿਹੀ ਕੀ ਸੀ ਉਸ ਦੀਆਂ ਲਾਈਕ ਡਿਸਐਡਵਾਂਟੇਜ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਇਹਨਾਂ ਨੇ ਜੀਰੋਕਸ ਬਾਰੇ ਦੱਸਿਆ ਹੋਇਆ ਕਿ ਜੀਰੋਕਸ ਫੋਟੋ ਕਾਪੀ ਦੀ ਗੱਲ ਕਰ ਰਹੇ ਨੇ, ਤਾਂ ਇਹ ਸਾਰੀ ਉਸ ਚੀਜ਼ ਨਾਲ ਰਿਲੇਟਡ ਹੈ। ਉਸ ਤੋਂ ਬਾਅਦ ਅਸੀਂ ਕੀ ਕੀਤਾ ਰਾਜੇ, ਅਸੀਂ ਕੀਤਾ ਵਰਡ ਪ੍ਰੋਸੈਸਿੰਗ ਸੋਫਟਵੇਅਰ ਨੂੰ ਸ਼ੁਰੂ ਕੀਤਾ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਹੋ ਗਿਆ ਸੀ, ਇਸ ਦੇ ਵਿੱਚ ਅਸੀਂ ਆਰਾਮ ਦੇ ਨਾਲ ਜੋ ਹੁੰਦਾ ਸੀ ਸਾਡਾ ਡਾਟਾ ਉਸਨੂੰ ਨੈਵੀਗੇਟ ਕਰ ਸਕਦੇ ਸੀ, ਐਡਿਟ ਕਰ ਸਕਦੇ ਸੀ, ਫੋਰਮੈਟ ਕਰ ਸਕਦੇ ਸੀ, ਅਤੇ ਪ੍ਰਿੰਟ ਵੀ ਕਰ ਸਕਦੇ ਸੀ, ਠੀਕ ਹੈ। ਤਾਂ ਇਹ ਸਾਰੀ ਚੀਜ਼ਾਂ ਅਸੀਂ ਆਪਣੇ ਵਰਡ ਪ੍ਰੋਸੈਸਿੰਗ ਸੋਫਟਵੇਅਰ ਦੇ ਵਿੱਚ ਕਰ ਸਕਦੇ ਸੀ। ਤਾਂ ਇੱਥੇ ਜੋ ਵਰਡ ਪ੍ਰੋਸੈਸਿੰਗ ਸੋਫਟਵੇਅਰ ਹੈ
ਇਹ ਕਹਿੰਦੇ ਨਾ ਹੀ ਇਕੱਲਾ ਇਹ ਸਾਨੂੰ ਬੇਸਿਕ ਅਬਿਲਿਟੀਜ਼ ਹੀ ਨਹੀਂ ਦਿੰਦਾ ਸੀ, ਬਲਕਿ ਅਸੀਂ ਆਪਣੇ ਟੈਕਸਟ ਨੂੰ ਮੋਡੀਫਾਈ ਵੀ ਕਰ ਸਕਦੇ ਸੀ। ਠੀਕ ਹੈ, ਅਗਰ ਕੋਈ ਗਲਤੀ ਹੋ ਜਾਂਦੀ ਸੀ ਤਾਂ ਉਸਨੂੰ ਅਸੀਂ ਚੇਂਜ ਵੀ ਕਰ ਸਕਦੇ ਸੀ। ਉਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਮੈਨੀਪੂਲੇਸ਼ਨ ਫੰਕਸ਼ਨਸ ਹੁੰਦੇ ਸੀ। ਤਾਂ ਜੋ ਮਾਡਰਨ ਵਰਡ ਪ੍ਰੋਸੈਸਰ ਸੀ ਉਹਨਾਂ ਦੇ ਕਾਫੀ ਜ਼ਿਆਦਾ ਫੀਚਰਸ ਹੁੰਦੇ ਸੀ। ਠੀਕ ਹੈ, ਤਾਂ ਸਮ ਆਫ ਦਾ ਫੀਚਰਸ ਇਹਨਾਂ ਨੇ ਕੁਛ ਦੱਸੇ ਹੋਏ ਨੇ ਸਾਨੂੰ ਕੀ ਹੁੰਦੇ ਸੀ, ਜਿਵੇਂ ਐਡਿਟ ਕਰ ਸਕਦੇ ਸੀ, ਕ੍ਰੀਏਟ ਕਰ ਸਕਦੇ ਸੀ, ਸੇਵ ਕਰ ਸਕਦੇ ਸੀ, ਪ੍ਰਿੰਟ ਕਰ ਸਕਦੇ ਸੀ। ਠੀਕ ਹੈ, ਤਾਂ ਕਾਪੀ ਵੀ ਕਰ ਸਕਦੇ ਸੀ ਟੈਕਸਟ ਨੂੰ। ਠੀਕ ਹੈ, ਉਹਦਾ ਫੌਂਟ ਸਾਈਜ਼ ਚੇਂਜ ਕਰ ਸਕਦੇ ਸੀ, ਇੱਕ ਤੋਂ ਵੱਧ ਕਾਪੀ ਬਣਾ ਸਕਦੇ ਸੀ ਟੈਕਸਟ ਜੋ ਵੀ ਸਿਲੈਕਟ ਕਰਦੇ ਸੀ। ਐਂਡ ਉਸ ਤੋਂ ਬਾਅਦ ਅਸੀਂ ਪੈਰਾਗ੍ਰਾਫ ਵੀ ਫੋਰਮੈਟ ਕਰ ਸਕਦੇ ਸੀ ਅਤੇ ਪੇਜਿਸ ਨੂੰ ਵੀ ਫੋਰਮੈਟ ਕਰ ਸਕਦੇ ਸੀ। ਨੈਕਸਟ ਉਹੀ ਸਪੈਲਿੰਗ ਚੈੱਕ ਆ ਗਏ ਅਤੇ ਗ੍ਰਾਮਰ ਦੀ ਫੈਸਿਲਿਟੀ ਆ ਗਈ। ਕੋਈ ਟੇਬਲ ਕ੍ਰੀਏਟ ਕਰਨਾ ਜਾਂ ਮੋਡੀਫਾਈ ਕਰਨਾ ਜਾਂ ਰੋਜ਼ ਨੂੰ ਸਿਲੈਕਟ ਕਰਨਾ ਜਾਂ ਕਾਲਮਸ ਨੂੰ ਸਿਲੈਕਟ ਕਰਨਾ, ਅਸੀਂ ਸਾਰਾ ਕੁਛ ਇਸ ਵਿੱਚ ਕਰ ਸਕਦੇ ਸੀ। ਜਦੋਂ ਸਾਡੇ ਕੋਲ ਇਹ ਸਾਰੀ ਫੈਸਿਲਿਟੀਜ਼ ਆ ਗਈਆਂ ਤਾਂ ਅਸੀਂ ਕਿਉਂ ਟਾਈਪਰਾਈਟਰ ਯੂਜ਼ ਕਰਾਂਗੇ। ਠੀਕ ਹੈ ਨਾ, ਅਸੀਂ ਐਡਵਾਂਸ ਚੀਜ਼ ਹੀ ਯੂਜ਼ ਕਰਾਂਗੇ। ਮੰਨ ਲਓ ਤੁਹਾਡੇ ਕੋਲ 2 ਮੋਬਾਈਲ ਨੇ, ਇੱਕ ਸਮਾਰਟਫੋਨ ਹੈ, ਇੱਕ ਜਸਟ ਸਿੰਪਲ ਫੋਨ ਹੈ ਬਟਨਾਂ ਵਾਲਾ। ਤਾਂ ਤੁਸੀਂ ਅਗਰ ਸਮਾਰਟਫੋਨ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਰਿਹਾ ਹੈ ਤਾਂ ਤੁਸੀਂ ਬਟਨਾਂ ਵਾਲਾ ਫ਼ੋਨ ਕਿਉਂ ਯੂਜ਼ ਕਰੋਗੇ, ਹੈ ਨਾ। ਤਾਂ ਇਸੇ ਤਰੀਕੇ ਨਾਲ ਅਸੀਂ ਐਡਵਾਂਸ ਜੋ ਹੈ ਯੂਜ਼ ਕਰਨ ਲੱਗੇ। ਤਾਂ ਤੁਸੀਂ ਦੇਖਿਆ ਹੈ ਕਿ ਜੋ ਸਾਡਾ ਪ੍ਰੀਵੀਅਸ ਸਿਲੇਬਸ ਸੀ ਉਹਦੇ ਵਿੱਚ ਅਸੀਂ MS ਆਫਿਸ ਯੂਜ਼ ਕਰਦੇ ਸੀ, ਬਟ ਜੋ ਇਹ ਵਾਲਾ ਹੈ ਬੁੱਕ, ਇਸ ਦੇ ਵਿੱਚ ਅਸੀਂ ਲਿਬਰੇ ਆਫਿਸ ਯੂਜ਼ ਕਰਾਂਗੇ। ਠੀਕ ਹੈ, ਤਾਂ ਕੋਈ ਔਖਾ ਨਹੀਂ ਹੈਗਾ, ਬਿਲਕੁਲ ਆਸਾਨ ਹੈ। ਤਾਂ ਕੋਈ ਇਹਦੇ ਵਿੱਚ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਔਖਾ ਹੋਏਗਾ। ਤਾਂ ਲਿਬਰੇ ਆਫਿਸ ਕੀ ਹੁੰਦਾ ਹੈ ਰਾਜੇ, ਇਹ ਵੀ ਇੱਕ ਫ੍ਰੀ ਓਪਨ ਸੋਰਸ ਸੋਫਟਵੇਅਰ ਹੈ ਜਿਸ ਨੂੰ ਹਰ ਕੋਈ ਯੂਜ਼ ਕਰ ਸਕਦਾ ਹੈ। ਅਗਰ ਤੁਸੀਂ ਲਿਬਰੇ ਆਫਿਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ। ਅਸੀਂ ਉਸ ਦੇ ਵਿੱਚ ਜਾ ਕੇ ਵਰਡ ਪ੍ਰੋਸੈਸਰ ਰਾਈਟਰ ਨੂੰ ਚੂਜ਼ ਕਰਨਾ ਗਾ। ਠੀਕ ਹੈ, ਤਾਂ ਜੋ ਵਰਡ ਪ੍ਰੋਸੈਸਰ ਰਾਈਟਰ ਹੈ, ਲਾਈਕ ਹੁਣ ਇਹਨਾਂ ਨੇ ਇੱਥੇ ਸਾਨੂੰ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਮੰਨ ਲਓ ਤੁਹਾਡੇ ਕਿਸੇ ਸਕੂਲ ਟੀਚਰ ਨੇ ਇੱਕ ਫੀਲਡ ਵਿਜ਼ਿਟ ਅਰੇਂਜ ਕੀਤੀ ਸੀ ਕਲਾਸ 9th ਦੇ ਲਈ। ਠੀਕ ਹੈ, ਤਾਂ the purpose was to know the scope and opportunity in IT's sector। ਤਾਂ ਪਰਪਸ ਕੀ ਸੀ ਵਿਜ਼ਿਟ ਦਾ, ਵੀ ਜੋ ਸਾਡਾ IT ਜਾਂ IT ਸੈਕਟਰ ਹੈ ਉਸ ਦੇ ਵਿੱਚ ਕੀ ਓਪਰਚੁਨਿਟੀਜ਼ ਨੇ। ਤਾਂ ਉਸ ਦੇ ਲਈ ਅਸੀਂ ਬੱਚਿਆਂ ਨੂੰ ਕੋਈ ਅਸਾਈਨਮੈਂਟ ਦਿੱਤੀ। ਮੰਨ ਲਓ ਬੱਚੇ ਵਿਜ਼ਿਟ ਕਰੇ ਆਏ ਤਾਂ ਅਸੀਂ ਉਹਨਾਂ ਨੂੰ ਅਸਾਈਨਮੈਂਟ ਦਿੱਤੀ ਕਿ ਤੁਸੀਂ ਜੋ IT ਇੰਡਸਟਰੀਜ਼ ਦਾ ਮੀਨਸ ਤੁਸੀਂ ਜੋ ਵੀ ਵਿਜ਼ਿਟ ਕੀਤੀ ਹੈ ਉਸਦੀ ਤੁਸੀਂ ਇੱਕ ਰਿਪੋਰਟ ਤਿਆਰ ਕਰਨੀ ਹੈ। ਠੀਕ ਹੈ, ਲਾਈਕ ਕੋਈ ਡਿਟੇਲਸ ਤਿਆਰ ਕਰਨੀ ਹੈ, ਉਸ ਦੇ ਵਿੱਚ ਪਿਕਚਰਸ ਲਗਾਉਣੀ ਹੈ, ਕੁਛ ਰਿਸਪੌਂਸੀਬਿਲਟੀਜ਼ ਲਿਖਣੀਆਂ ਨੇ ਡਾਟਾ ਐਂਟਰੀ ਓਪਰੇਟਰ ਦੀਆਂ। ਠੀਕ ਹੈ, ਅਤੇ ਕੁਛ ਐਜੂਕੇਸ਼ਨ ਐਂਡ ਐਕਸਪੀਰੀਅੰਸ ਬਾਰੇ ਵੀ ਦੱਸਣਾ। ਤਾਂ ਜੋ ਇਹ ਰਿਪੋਰਟ ਹੈ ਕੁਛ ਇਸ ਤਰ੍ਹਾਂ ਦੀ ਦਿਖੇਗੀ, ਲਾਈਕ ਇਹ ਕੋਈ ਰਿਪੋਰਟ ਹੈ। ਹੁਣ ਇਹ ਰਿਪੋਰਟ ਅਸੀਂ ਟਾਈਪ ਕਰਨੀ ਹੈ, ਤਾਂ ਇਹ ਟਾਈਪ ਅਸੀਂ ਕਿੱਥੇ ਕਰਾਂਗੇ, ਲਿਬਰੇ ਆਫਿਸ ਦੇ ਵਿੱਚ ਟਾਈਪ ਕਰਾਂਗੇ। ਤਾਂ ਉਸ ਦੇ ਲਈ ਅਸੀਂ ਰਾਈਟਰ 'ਤੇ ਜਾਵਾਂਗੇ। ਠੀਕ ਹੈ, ਲਿਬਰੇ ਰਾਈਟਰ ਇੱਥੇ ਲਿਖਿਆ ਵੀ ਹੋਇਆ ਹੈ। ਠੀਕ ਹੈ, ਵਰਡ ਪ੍ਰੋਸੈਸਰ ਰਾਈਟਰ ਦੇ ਉੱਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਜੋ ਤੁਹਾਡਾ ਲਿਬਰੇ ਆਫਿਸ ਹੈ ਉਸ ਦੀ ਜੋ ਸਟਾਰਟਿੰਗ ਹੁੰਦੀ ਹੈ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ। ਉਸੀ ਤਰ੍ਹਾਂ ਅਸੀਂ ਕੀ ਕਰਾਂਗੇ, ਲਿਬਰੇ ਆਫਿਸ ਦੇ ਵਿੱਚ ਜਾ ਕੇ ਜੋ ਹੈ ਲਿਬਰੇ ਆਫਿਸ ਰਾਈਟਰ 'ਤੇ ਕਲਿੱਕ ਕਰਾਂਗੇ। ਤਾਂ ਜਦੋਂ ਅਸੀਂ ਕਲਿੱਕ ਕਰਾਂਗੇ ਤਾਂ ਉਸ ਦੀ ਕੁਛ ਇਸ ਤਰ੍ਹਾਂ ਦੀ ਲੁੱਕ ਹੋਏਗੀ। ਠੀਕ ਹੈ, ਅਗਰ ਤੁਸੀਂ ਕੋਈ ਹੋਰ ਓਪਰੇਟਿੰਗ ਸਿਸਟਮ ਯੂਜ਼ ਕਰ ਰਹੇ ਹੋ, ਲਾਈਕ ਯੂਬੰਤੂ ਕਰ ਰਹੇ ਹੋ ਜਾਂ ਲਾਈਨੈਕਸ ਕਰ ਰਹੇ ਹੋ, ਤਾਂ ਉਸ ਦੀ ਲੁੱਕ ਕੁਛ ਇਸ ਤਰ੍ਹਾਂ ਦੀ ਹੋਏਗੀ। ਠੀਕ ਹੈ, ਤਾਂ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ, ਅਗਰ ਅਸੀਂ ਕੋਈ ਡਾਕੂਮੈਂਟ ਨੂੰ ਕ੍ਰੀਏਟ ਕਰਨਾ ਹੈ ਤਾਂ ਸੇਮ ਉਹੀ ਸਟੈਪ ਨੇ ਜੋ ਅਸੀਂ MS ਵਰਡ ਦੇ ਵਿੱਚ ਕਰਦੇ ਸੀ। ਠੀਕ ਹੈ, ਤਾਂ ਮੈਂ ਤੁਹਾਨੂੰ ਇੱਕ ਵਾਰ ਜੋ ਸਾਡਾ ਲਿਬਰੇ ਆਫਿਸ ਹੈ ਉਸ ਦੀ ਤੁਹਾਨੂੰ ਇੱਕ ਲੁੱਕ ਦਿਖਾ ਦਿੰਦੀ ਹਾਂ। ਤਾਂ ਸਟੂਡੈਂਟ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਡਾ ਲਿਬਰੇ ਆਫਿਸ ਹੈ। ਜੋ ਫਸਟ ਆ ਰਹੀ ਹੈ ਸਾਡੇ ਕੋਲ ਅਨਟਾਈਟਲ, ਉਹ ਕੀ ਹੈ, ਸਾਡੀ ਟਾਈਟਲ ਬਾਰ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਅਗਰ ਅਸੀਂ ਇੱਥੇ ਜਾਈਏ ਤਾਂ ਇਸ ਨੂੰ ਅਸੀਂ ਮੈਨਿਊ ਬਾਰ ਕਹਾਂਗੇ, ਜਿਸ ਦੇ ਵਿੱਚ ਸਾਡੇ ਕੋਲ ਡਿਫਰੈਂਟ ਮੈਨਿਊਜ਼ ਨੇ, ਲਾਈਕ ਫਾਈਲ, ਐਡਿਟ, ਵਿਊ। ਠੀਕ ਹੈ, ਇੰਸਰਟ ਐਂਡ ਫਾਰਮੈਟ। ਉਸ ਤੋਂ ਬਾਅਦ ਸਾਡੇ ਕੋਲ ਅਗਲੀ ਜੋ ਬਾਰ ਆਉਂਦੀ ਹੈ ਇਸ ਨੂੰ ਅਸੀਂ ਸਟੈਂਡਰਡ ਬਾਰ ਕਹਿੰਦੇ ਹਾਂ। ਓਕੇ, ਸਟੈਂਡਰਡ ਟੂਲ ਬਾਰ ਹੋ ਗਿਆ। ਐਂਡ ਉਸ ਤੋਂ ਨੀਚੇ ਵਾਲੀ ਜੋ ਬਾਰ ਆ ਰਹੀ ਹੈ ਉਸ ਨੂੰ ਅਸੀਂ ਫੋਰਮੈਟਿੰਗ ਟੂਲ ਬਾਰ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਲਿਬਰੇ ਨੂੰ ਵਿੱਚ ਕੋਈ ਵੀ ਫੌਂਟ ਸਿਲੈਕਟ ਕਰਕੇ ਲਿਖ ਸਕਦੇ ਹਾਂ। ਠੀਕ ਹੈ, ਤਾਂ ਤੁਸੀਂ ਸਾਈਜ਼ ਨੂੰ ਇਨਕਰੀਜ਼ ਜਾਂ ਡਿਕਰੀਜ਼ ਵੀ ਕਰ ਸਕਦੇ ਹੋ। ਤਾਂ ਉਹੀ ਸਾਰਾ ਸੇਮ ਟੂ ਸੇਮ ਹੀ ਹੈ, ਕੋਈ ਇਸ ਦੇ ਵਿੱਚ ਨਵੀਂ ਚੀਜ਼ ਨਹੀਂ ਹੈ। ਜਿਵੇਂ ਇਹ ਸਾਡਾ ਉੱਪਰ ਰੂਲਰ ਆ ਰਿਹਾ ਹੈ। ਠੀਕ ਹੈ, ਐਂਡ ਇੱਧਰ ਸਾਈਡ ਦੇ ਵਿੱਚ ਸਕਰੋਲ ਬਾਰ ਆ ਰਹੀ ਹੈ। ਠੀਕ ਹੈ,
एंड नीचे देखोगे तो पेज नंबर तो वर्ड्स आ रहे हैं। तो तुसीं देख सकते हो कि जो साडा लिबरे ऑफिस है साडे MS ऑफिस के नाल बहुत ही ज़्यादा मिलता जुलता है। ठीक है। एंड अगर असी बुक ते जाइए तो बुक दे विच इसकी सारी इंट्रोडक्शन दी हुई है, बहुत ही ब्रीफली दी हुई है कि मैन्यू बार की हुंदा है। ठीक है। एंड टूल बार्स हो गए, स्टैंडर्ड टूल बार्स, ये सारिਆਂ बारे दस्सिया गया है। तो राजे जो अज का ये साडा सैशन सी इस दे विच सिर्फ बुक का एक ओवरव्यू सी ते इंट्रोडक्शन सी लिबरे ऑफिस की। तो जो साडी नैक्सट वीडियो होगी उस दे विच असी यूनिट नंबर 3 स्टार्ट करांगे। आई होप तुहानूं अज की ये वीडियो समझ आ गई होगी। तो असी नवे सैशन लिए बिल्कुल तैयार हाँ। तो नैक्सट वीडियो के विच असी नवा सैशन लेके आवांगे, नवी यूनिट लेके आवांगे तुहाडे लई। ठीक है। आई होप तुहानूं सब कुछ समझ आ गया होगा नई बुक ते नवे सिलेबस बारे। तो नैक्सट नवी वीडियो के विच फिर मिलांगे। बाय बाय, टेक केयर।